ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਨਾਓ। ਮੈਂ ਤੁਹਾਡੇ ਨਾਲ ਕਰਮਵੀਰ ਸਿੰਘ ਰੰਧਾਵਾ ਤੁਹਾਡੇ ਲਈ ਨਵੇਂ ਤੇ ਭਖਦੇ ਮੁੱਦੇ ਲੈ ਕੇ ਹਾਜ਼ਰ ਹੁੰਦੇ ਰਹੇ ਹਾਂ। ਤੇ ਅੱਜ ਦਾ ਭਖਦਾ ਮੁੱਦਾ ਹੈਗਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਇੱਕ ਬਿਆਨ ਆਇਆ ਹੈਗਾ ਜਿਹੜੀਆਂ ਕਿ ਪ੍ਰਾਈਵੇਟ ਬੱਸਿਸ ਨੇ ਜਾਂ ਬਾਦਲਾਂ ਦੀਆਂ ਬੱਸਾਂ ਨੇ ਜਿਹੜੀਆਂ ਉਹਨਾਂ ਨੂੰ ਚੰਡੀਗੜ੍ਹ ਤੋਂ ਐਂਟਰੀ ਦੀ ਬੈਨ ਕਰ ਦਿੱਤੀ ਗਈ ਹੈ। ਇਸ ਮੁੱਦੇ ਤੇ ਆਪਾਂ ਗੱਲ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਬੋਨੀ ਬਿੰਦਰਾ ਜੀ ਨੇ। ਬਿੰਦਰਾ ਜੀ ਸਵਾਗਤ ਹੈ ਪਹਿਲਾਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਬਿੰਦਰਾ ਜੀ, ਇੱਕ ਚਰਚਿਤ ਬਿਆਨ ਆ ਰਿਹਾ ਹੈਗਾ ਲਾਲਜੀਤ ਭੁੱਲਰ ਦਾ ਕਿ ਜਿਹੜੀਆਂ ਟਰਾਂਸਪੋਰਟ ਨੇ ਵਿੱਚ ਪ੍ਰਾਈਵੇਟ ਟਰਾਂਸਪੋਰਟਰ ਨੇ ਜਾਂ ਮਤਲਬ ਗੱਲ ਕਰੀਏ ਉਹਨਾਂ ਨੇ ਬਾਦਲਾਂ ਨੂੰ ਟਾਰਗੇਟ ਕਰਕੇ ਗੱਲ ਕਰੀ ਕਿ ਬਾਦਲਾਂ ਦੀ ਟਰਾਂਸਪੋਰਟ ਆ ਉਹਨਾਂ ਦੀਆਂ ਐਂਟਰੀਆਂ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਬੈਨ ਕਰ ਦਿੱਤੀ ਗਈ ਹੈ ਜੀ। ਕਿਵੇਂ ਦੇਖਦੇ ਹੋ ਤੁਸੀਂ ਇਹਨੂੰ? ਮਤਲਬ ਰਾਜਨੀਤਿਕ ਪੱਖ ਤੋਂ ਆਪਾਂ ਕਿਵੇਂ ਦੇਖੀਏ ਜਾਂ ਆਪਾਂ ਜੇ ਟਰਾਂਸਪੋਰਟਰ ਪ੍ਰਾਈਵੇਟ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੈ ਜਾਂ ਕੀ ਹੋ ਸਕਦਾ ਮਤਲਬ ਇਹਦੇ? ਜੀ ਦੇਖੋ, ਪ੍ਰਾਈਵੇਟ ਜਿਹੜੇ ਟਰਾਂਸਪੋਰਟਰ ਨੇ ਇਹਨਾਂ ਦਾ ਦਰਦ ਪਹਿਲਾਂ ਵੀ ਝਲਕ ਕੇ ਆਇਆ ਸੀਗਾ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੁਲਾਜ਼ਾ ਇਹ ਗੱਲ ਕੀਤੀ ਸੀਗੀ ਕਿ ਦੇਖੋ ਸਾਨੂੰ ਬਾਰ-ਬਾਰ ਮਾਫੀਆ ਦੱਸਿਆ ਜਾ ਰਿਹਾ, ਅਸੀਂ ਮਾਫੀਆ ਨਹੀਂ ਹੈਗੇ, ਅਸੀਂ ਸਰਕਾਰ ਦੇ ਨਾਲ ਰਲ ਕੇ ਉਹਨਾਂ ਦਾ ਹੀ ਫਾਇਦਾ ਕਰ ਰਹੇ ਹਾਂ, ਲੋਕਾਂ ਦੀ ਸੇਵਾ ਕਰ ਰਹੇ ਹਾਂ। ਲੋਕਾਂ ਨੂੰ ਜਿੱਥੇ ਸਰਕਾਰੀ ਬੱਸਾਂ ਨਹੀਂ ਪੁੱਜ ਪਾਉਂਦੀਆਂ ਪਿੰਡਾਂ ਦੇ ਵਿੱਚ ਉੱਥੋਂ ਅਸੀਂ ਲੋਕੀ ਚੱਕ ਕੇ ਤੇ ਉਹਨਾਂ ਨੂੰ ਆਪਣੀਆਂ ਜਗ੍ਹਾਵਾਂ ਦੇ ਉੱਤੇ ਛੱਡਦੇ। ਪ੍ਰਾਈਵੇਟ ਬੱਸਾਂ ਦਾ ਬਹੁਤ ਵੱਡਾ ਦੇਣ ਹੈ ਪੰਜਾਬ ਦੇ ਲਈ ਤੇ ਪੰਜਾਬ ਦੇ ਲੋਕਾਂ ਦੇ ਲਈ, ਕਿਉਂਕਿ ਜਿਹੜੇ ਲੋਕ ਗਰੀਬ ਨੇ ਜਾਂ ਜਿਹੜੇ ਲੋਕ ਉਹ ਅਫੋਰਡ ਨਹੀਂ ਕਰ ਸਕਦੇ ਕਿ ਆਪਣੀ ਗੱਡੀ ਦੇ ਉੱਤੇ ਹਰ ਇੱਕ ਥਾਂ ਤੇ ਜਾਣ, ਉਹ ਪ੍ਰਾਈਵੇਟ ਜਿਹੜਾ ਟਰਾਂਸਪੋਰਟ ਹੈ ਉਹਨੂੰ ਯੂਜ਼ ਕਰਦੇ ਨੇ। ਅੱਜ ਕੱਲ੍ਹ ਮਾਮਲਾ ਇਹੋ ਜਿਹਾ ਹੋਇਆ ਪਿਆ ਕਿ ਸ਼ਹਿਰਾਂ ਦੇ ਵਿੱਚ ਜਿੱਥੇ ਹਰ ਇੱਕ ਘਰ ਦੇ ਵਿੱਚ ਦੋ ਦੋ ਗੱਡੀਆਂ ਨੇ ਉੱਥੇ ਪ੍ਰਾਈਵੇਟ ਆ ਜਿਹੜਾ ਪਬਲਿਕ ਟਰਾਂਸਪੋਰਟ ਹੈ ਉਹਨੂੰ ਵਧਾਵਾ ਦੇਣ ਦੀ ਲੋੜ ਹੈ, ਉਹਨੂੰ ਵਧਾਵਾ ਦੇਣ ਦੀ ਲੋੜ ਹੈ ਕਿਉਂਕਿ ਪੋਲਿਊਸ਼ਨ ਬਹੁਤ ਜ਼ਿਆਦਾ ਵੱਧ ਰਿਹਾ। ਆਪਾਂ ਦਿੱਲੀ 'ਚ ਦੇਖਦੇ ਹਾਂ ਕਿ ਕੀ ਹਾਲ ਹੁੰਦਾ। ਇਸ ਸਮੇਂ ਵੀ ਦਿੱਲੀ ਚੋਕ ਹੋਈ ਪਈ ਹੈ ਪੋਲਿਊਸ਼ਨ ਦੇ ਨਾਲ। ਹੁਣ ਗੱਲ ਕਰ ਲੈਂਦੇ ਹਾਂ ਆਪਾਂ ਕਿ ਜਿਹੜਾ ਲਾਲਜੀਤ ਭੁੱਲਰ ਉਹਨਾਂ ਦਾ ਬਿਆਨ ਹੈ। ਭੁੱਲਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ, ਕਹਿੰਦੇ ਅਸੀਂ ਕੋਈ ਉੱਥੇ ਜਾਣ ਨਹੀਂ ਦੇਣਾ, ਪਬਲਿਕ ਹੈ ਜਿਹੜਾ ਪ੍ਰਾਈਵੇਟ ਜਿਹੜਾ ਟਰਾਂਸਪੋਰਟਰ ਹੈ ਤੇ ਉੱਥੇ ਪਬਲਿਕ ਟਰਾਂਸਪੋਰਟ ਦੀਆਂ ਬੱਸਾਂ ਜਾਣਗੀਆਂ, ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਾਣਗੀਆਂ ਤੇ ਸਾਡੀਆਂ ਜਿਹੜੀਆਂ ਪਨ ਬੱਸ ਨੇ ਉਹ ਜਾਣਗੀਆਂ। ਤੁਸੀਂ ਭੇਜ ਦੋਗੇ ਉੱਥੇ ਬੱਸਾਂ, ਨੋ ਡਾਊਟ ਤੁਸੀਂ ਬਾਹਰਲੀਆਂ ਬੱਸਾਂ ਨੇ ਜਿਹੜੀਆਂ ਉਹ ਬੰਦ ਵੀ ਕਰਾ ਦੋਗੇ, ਪਰ ਕੀ ਤੁਹਾਡੇ ਕੋਲ ਉਹ ਬੱਸਾਂ ਹੈਗੀਆਂ ਨੇ ਉਨੀਆਂ ਕਿ ਉਹ ਪੰਜਾਬ ਦਾ ਹਰ ਇੱਕ ਕੋਨੇ ਦੇ ਵਿੱਚੋਂ ਬੰਦਾ ਚੱਕ ਕੇ ਚੰਡੀਗੜ੍ਹ ਤੱਕ ਛੱਡ ਆਣ ਸਕ? ਨੰਬਰ 1, ਉੱਡਾ ਵੱਡਾ ਫਲੀਟ ਹੋਣਾ ਵੀ ਜ਼ਰੂਰੀ ਹੈ। ਉੱਡੇ ਫਿਰ ਤੁਹਾਨੂੰ ਨਿਯੁਕਤੀਆਂ ਵੀ ਕਰਨੀਆਂ ਪੈਣਗੀਆਂ, ਬੱਸਾਂ ਵੀ ਨਵੀਆਂ ਪਾਉਣੀਆਂ ਪੈਣਗੀਆਂ, ਪੁਰਾਣੀਆਂ ਬੱਸਾਂ ਦੇ ਵਿੱਚ ਜਿਹੜੇ ਭੰਨ-ਤੋੜ ਆ ਉਹਦਾ ਵੀ ਦੇਖਣਾ ਪੈਣਾ। ਕੀ ਤੁਹਾਡੇ ਕੋਲ ਐਡਾ ਵੱਡਾ ਜਿਹੜਾ ਢਾਂਚਾ ਉਹ ਹੈ? ਪਲੈਨਿੰਗ ਇਹ ਤੁਸੀਂ ਪਲਾਨ ਕੀਤਾ ਹੈ? ਤੁਸੀਂ 6-7 ਮਹੀਨੇ ਦੇ ਵਿੱਚ ਇਹ ਤਿਆਰੀ ਕੀਤੀ ਹੈ? ਜੇ ਕੀਤੀ ਹੈ ਵੈਲ ਐਂਡ ਗੁੱਡ ਹੈ, ਜੇ ਨਹੀਂ ਕੀਤੀ ਤਾਂ 6-7 ਜਿਹੜੇ ਦਿਨਾਂ ਦੇ ਵਿੱਚ ਹੈ ਉਹੀ ਰੌਲਾ ਪੈਣਾ ਸ਼ੁਰੂ ਹੋ ਜਾਣਾ। ਕਿਉਂਕਿ ਚੰਡੀਗੜ੍ਹ ਰਾਜਧਾਨੀ ਹੈ, ਉੱਥੇ ਬੱਚੇ ਪੜ੍ਹਨ ਵੀ ਜਾਂਦੇ ਨੇ, ਉੱਥੇ ਜਿਹੜਾ ਸਰਕਾਰੀ ਕੰਮਕਾਰ ਹੈ ਉਹ ਵੀ ਹੁੰਦਾ, ਉੱਥੇ ਜਿੰਨੇ ਵੀ ਵੱਡੇ ਆਫਿਸਿਸ ਨੇ ਪ੍ਰਾਈਵੇਟ ਉਹ ਵੀ ਉੱਥੇ ਨੇ, ਵੱਡੀਆਂ ਕੰਪਨੀਆਂ ਨੇ, IT ਹੱਬ ਹੈ ਉਹ ਵੀ। ਇੱਥੋਂ ਬੜੇ ਲੋਕੀ ਨੇ ਜਿਹੜੇ ਪਟਿਆਲੇ ਤੋਂ, ਰਾਜਪੁਰੇ ਤੋਂ, ਇੱਧਰਲੇ ਲਾਗੇ ਛਾਗੇ ਦੇ ਏਰੀਆਜ਼ ਤੋਂ, ਉਹ ਉੱਥੇ ਹਰ ਰੋਜ਼ ਅਪ ਡਾਊਨ ਕਰਦੇ ਨੇ। ਲੁਧਿਆਣਾ ਵੀ ਲਗਾ ਸਕਦੇ ਹੋ ਤੁਸੀਂ ਵਿੱਚ ਹੀ। ਕੀ ਤੁਹਾਡੇ ਕੋਲੇ ਐਡਾ ਵੱਡਾ ਇਨਫਰਾਸਟ੍ਰਕਚਰ ਹੈ? ਜੇ ਹੈ ਤਾਂ ਬੜੀ ਵਧੀਆ ਗੱਲ ਹੈ, ਪੰਜਾਬ ਦੇ ਖਜ਼ਾਨੇ ਦੇ ਵਿੱਚ 4 ਪੈਸੇ ਆਉਣਗੇ, ਲੋਕਾਂ ਦੇ ਉੱਤੇ ਲੱਗਣਗੇ। ਜੇ ਨਹੀਂ ਹੈ ਤਾਂ ਤੁਹਾਨੂੰ ਇਹ ਫੈਸਲਾ ਵਾਪਸ ਲੈਣਾ ਪਏਗਾ ਤੇ ਫਿਰ ਉਹੀ ਤੁਹਾਨੂੰ ਛੋਟਾ ਜਿਹਾ ਮੂੰਹ ਕਰਕੇ ਕੈਮਰੇ ਅੱਗੇ ਆ ਕੇ ਕਹਿਣਾ ਪਏਗਾ ਕਿ ਨਹੀਂ ਜੀ ਇਹ ਅਸੀਂ ਫਿਰ ਤਕਸੀਦ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ। ਪਹਿਲਾਂ ਜਿਵੇਂ ਕਾਂਗਰਸ ਦੀ ਗੱਲ ਕਰੀ, ਕਾਂਗਰਸ ਦੇ ਵਿੱਚ ਰਾਜਾ ਵੜਿੰਗ ਸੀਗੇ ਜਦੋਂ ਮੰਤਰੀ ਸੀਗੇ, ਉਹਨਾਂ ਨੇ ਵੱਡੇ ਵੱਡੇ ਫੈਸਲੇ ਲਏ। ਟਰਾਂਸਪੋਰਟਰਾਂ ਨੇ ਕਿੰਨੀਆਂ ਹੜਤਾਲਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਸਟ੍ਰਾਈਕ ਕੀਤੀਆਂ ਕਿ ਹਾਂ ਸਾਡੇ ਨਾਲ ਇਹ ਹੋ ਰਿਹਾ, ਪਰ ਕੁਝ ਦਿਨਾਂ ਬਾਅਦ ਆਰਡਰ ਆਉਂਦੇ ਆ, ਹਾਈ ਕੋਰਟ ਤੋਂ ਆਰਡਰ ਆਉਂਦੇ ਆ, ਬਾਅਦ ਜੀ ਬੱਸਾਂ ਰਿਲੀਜ਼ ਹੋ ਗਈਆਂ ਨੇ ਉਹੀ ਟਰਾਂਸਪੋਰਟਰ। ਉਹਨਾਂ ਨੇ ਉਸ ਸਮੇਂ ਦੇਖੋ ਉਹਨਾਂ ਦੇ ਉੱਪਰ ਪ੍ਰੈਸ਼ਰ ਸੀਗਾ ਕਿ ਇਲੈਕਸ਼ਨ ਹੈ, ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਿਖਾਉਣਾ ਸੀਗਾ ਕਿ ਮੈਂ ਕੰਮ ਵਧੀਆ ਕਰ ਰਿਹਾ। ਉਹਨਾਂ ਨੇ ਕੀਤਾ ਵੀ ਹੈ। ਚਲੋ ਪਹਿਲੇ 4-5 ਉਸ ਤੋਂ ਪਹਿਲਾਂ ਦੇ ਪੌਣੇ 5 ਸਾਲ ਕੋਈ ਕੰਮ ਜਿਹੜਾ ਚੰਗੀ ਤਰ੍ਹਾਂ ਉਹ ਸਾਹਮਣੇ ਹੁੰਦਾ ਨਹੀਂ ਦਿਖਿਆ। ਕੈਪਟਨ ਸਾਹਿਬ ਗਾਇਬ ਰਹੇ, ਮੰਤਰੀ ਮੰਡਲ ਸਾਰਾ ਗਾਇਬ ਰਿਹਾ। ਇੱਕੋ ਦਮ ਆ ਕੇ ਤੁਸੀਂ ਕਹਿੰਦੇ ਹੋ ਕਿ ਅਸੀਂ ਕੰਮ ਕਰਕੇ ਲੋਕਾਂ ਨੂੰ ਦਿਖਾ ਦਾਂਗੇ ਤੇ ਫਿਰ ਹੋਇਆ ਉਹੀ ਜੋ ਉਹਨਾਂ ਨਾਲ ਹੋਣਾ ਸੀਗਾ। ਕਾਂਗਰਸ ਦੇ ਅੱਜ ਕੀ ਹਾਲਾਤ ਨੇ ਆਪਾਂ ਦੇਖੇ। ਪਰ ਬਾਦਲਾਂ ਦੀਆਂ ਬੱਸਾਂ ਵੀ ਉਹਨਾਂ ਨੇ ਫੜੀਆਂ ਨੇ ਉਸ ਸਮੇਂ। ਉਸ ਤੋਂ ਬਾਅਦ ਹੀ ਉਹ ਘੰਟਿਆਂ ਦੇ ਵਿੱਚ ਛੁੱਟ ਗਈਆਂ। ਆਪਾਂ ਦੇਖਿਆ ਕਿਵੇਂ ਕਿਰਕਰੀ ਹੋਈ ਤੇ ਬਾਦਲ ਸਾਹਿਬ ਨੇ ਕਿਵੇਂ ਮੁੱਛਾਂ ਤੇ ਹੱਥ ਫੇਰਦੇ ਬਾਹਰ ਕੋਰਟ ਦੇ ਵਿੱਚੋਂ ਆਏ ਤੇ ਆਪਣੀਆਂ ਬੱਸਾਂ ਨੇ ਜਿਹੜੀਆਂ ਦੁਬਾਰਾ ਉਹ ਰੋਡ ਤੇ ਛੱਡ ਦਿੱਤੀਆਂ। ਹੁਣ ਦੇਖਣਾ ਇਹ ਹੋਊਗਾ ਕਿ ਇਸ ਵਾਰੀ ਕੀ ਹੁੰਦਾ। ਜੇ ਇਹ ਮਾਮਲਾ ਪੱਕਾ ਰਹਿੰਦਾ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਰਹਿੰਦਾ ਤਾਂ ਅਸੀਂ ਵੀ ਸਵਾਗਤ ਕਰਾਂਗੇ। ਬਿਲਕੁਲ। ਬਿੰਦਰਾ ਜੀ, ਇੱਕ ਹੋਰ ਭਖਦਾ ਮਸਲਾ ਆ ਰਿਹਾ ਹੈਗਾ। ਆਪਣੇ ਖਾਲਸਾ ਵਜ਼ੀਰ ਦੇ ਮੁਖੀ ਨੇ ਆਪਣੇ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਇੱਕ ਬਿਆਨ ਆਇਆ ਸੀ ਗੁਰੂ ਘਰ ਦੇ ਵਿੱਚ ਜਿਹੜੀਆਂ ਸੈਟੀਆਂ ਪਈਆਂ ਨੇ ਜਾਂ ਜਿਹੜੀ ਮਤਲਬ ਉੱਪਰ ਬੈਠਦੇ ਨੇ, ਮਤਲਬ ਗੁਰੂ ਦੇ ਬਰਾਬਰ ਦੀ ਇੱਕ ਉਹ ਕਰ ਬੈਠਣ ਦੀ ਮਤਲਬ ਕੋਸ਼ਿਸ਼ ਕਰਦੇ ਨੇ ਜੀ ਕਿ ਆਪਾਂ ਉਹ ਚੀਜ਼ਾਂ ਨੂੰ ਉਹਨਾਂ ਨੇ ਬਾਹਰ ਸੁੱਟ ਕੇ ਉਹਨਾਂ ਨੂੰ ਉੱਪਰ ਅੱਗ ਲਗਾਈ ਗਈ ਹੈ ਜਾਂ ਉਹਨਾਂ ਨੂੰ ਭੰਨ ਤੋੜ ਕੀਤੀ ਗਈ ਹੈ। ਇਸ ਨਜ਼ਰ ਵਿੱਚ ਦੇਖੋ ਲੋਕਾਂ ਦਾ ਅਲੱਗ-ਅਲੱਗ ਨਜ਼ਰੀਆ। ਜਿਹੜੇ ਲੋਕ ਕਹਿੰਦੇ ਨੇ ਕਿ ਹਾਂ ਸਾਨੂੰ ਕਈਆਂ ਨੂੰ ਕਹਿੰਦੇ ਗੋਡਿਆਂ ਦੀ
ਪ੍ਰੋਬਲਮ ਆ ਰਹੀ ਹੈ, ਕਈਆਂ ਦੀ ਕੋਈ ਲੱਤ ਵਗੈਰਾ ਟੁੱਟੀ ਹੁੰਦੀ ਹੈ ਜਾਂ ਕੋਈ ਆ, ਉਹ ਕਹਿੰਦੇ ਵੀ ਅਸੀਂ ਗੁਰੂ ਕੋਲੇ ਅਰਦਾਸ ਕਰਨ ਜਾਂਦੇ ਹਾਂ। ਸਾਡਾ ਇੱਕ ਬਾਪ ਹੈ, ਪੰਜਾਬੀ ਦੇ ਵਿੱਚ ਇਹ ਕਹਿੰਦੇ ਕਿ ਸਾਡੇ ਬਾਪ, ਅਸੀਂ ਆਪਣੇ ਬਾਪ ਕੋਲੇ ਚ ਹੱਥ ਜੋੜ ਕੇ ਗੁਜ਼ਾਰਿਸ਼ ਕਰਨ ਜਾਂਦੇ ਹਾਂ, ਸਾਨੂੰ ਤੇ ਬੈਠਣ ਦੀ ਮਤਲਬ ਇਜਾਜ਼ਤ ਦਿੱਤੀ ਜਾਵੇ। ਵੀ ਇਸ ਤਰ੍ਹਾਂ ਦੇ ਕਈ ਕੁਝ ਉਹਨੂੰ ਪੋਜ਼ਿਟਿਵ ਲੈ ਰਹੇ ਨੇ, ਕੁਝ ਨੈਗੇਟਿਵ ਲੈ ਰਹੇ ਨੇ। ਕਿਵੇਂ ਸੋਚੋਗੇ, ਮਤਲਬ ਇੱਕ ਲੋਕਾਂ ਦਾ ਪੱਖ ਕਿਵੇਂ ਮਤਲਬ ਆਪਾਂ ਐਕਸਪਲੇਨ ਕਰ ਸਕਦੇ ਹਾਂ ਤਾਂ ਕਿ ਇਹ ਚੀਜ਼ਾਂ ਨੂੰ ਮਤਲਬ ਕਿਵੇਂ ਸੁਲਝਾਇਆ ਜਾ ਸਕਦਾ ਸੀ ਜਾਂ ਕਿਸ ਤਰੀਕੇ ਨਾਲ ਮਤਲਬ ਲੋਕਾਂ ਨੂੰ ਕਰਿਆ ਜਾ ਸਕਦਾ? ਜਲੰਧਰ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੀ ਗੱਲ ਹੈ ਜੀ, ਇਹ ਜਿੱਥੇ ਦੀ ਆਪਾਂ ਗੱਲ ਕਰ ਰਹੇ ਹਾਂ। ਉਹਨਾਂ ਨੇ ਜਿਹੜੀ ਉੱਥੇ ਦੀ ਪ੍ਰਬੰਧਕੀ ਕਮੇਟੀ ਹੈ, ਉਹਨਾਂ ਨੇ ਜਾ ਕੇ ਇਹ ਮਾਮਲਾ ਵੀ ਦਰਜ ਕਰਵਾਇਆ ਪੁਲਿਸ ਦੇ ਵਿੱਚ। ਉਹ ਕਹਿੰਦੇ ਸਾਡੇ ਤੋੜ ਭੰਨ ਕੀਤੀ ਹੈ, ਤੁਸੀਂ ਬਾਹਰੋਂ ਆਏ ਹੋ, ਤੁਹਾਡੇ ਜੀ ਆਇਆਂ। ਗੁਰਦੁਆਰੇ ਦੇ ਵਿੱਚ ਹਰ ਇੱਕ ਬੰਦੇ ਦਾ ਸਵਾਗਤ ਹੁੰਦਾ, ਹਰ ਇੱਕ ਮੇਰੇ ਖਿਆਲ ਤੇ ਰਿਲੀਜੀਅਸ ਪਲੇਸ ਦੇ ਉੱਤੇ ਹਰ ਇੱਕ ਬੰਦੇ ਦਾ ਸਵਾਗਤ ਹੁੰਦਾ। ਇਹਨਾਂ ਨੇ ਆ ਕੇ ਨਾ ਕੋਈ ਵਿਚਾਰ ਕੀਤਾ, ਨਾ ਕੋਈ ਗੱਲ ਕੀਤੀ। ਇਹਨਾਂ ਨੇ ਕੁਰਸੀਆਂ ਚੱਕੀਆਂ ਜਾ ਕੇ ਬਾਹਰ ਜਾ ਕੇ ਸਿੱਟਤੀਆਂ, ਤੋੜਨੀਆਂ ਸ਼ੁਰੂ ਕਰ ਦਿੱਤੀਆਂ, ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਦਹਿਸ਼ਤ ਦਾ ਮਾਹੌਲ ਬਣ ਗਿਆ ਕਿ ਇਹ ਇੱਕ ਤਰ੍ਹਾਂ ਦੇ ਦੰਗਾਈ ਕਿੱਥੋਂ ਆ ਗਏ। ਜੇ ਆਪਾਂ ਬਾਹਰੋਂ ਦੇਖੀਏ, ਜੇ ਤੁਸੀਂ ਨਹੀਂ ਜਾਣਦੇ ਪੰਜਾਬੀ ਭਾਸ਼ਾ, ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕਿ 4 ਕੁ ਬੰਦੇ ਆਉਂਦੇ ਨੇ, ਆ ਕੇ ਸਮਾਨ ਗੁਰਦੁਆਰੇ ਦਾ ਚੱਕਦੇ ਨੇ, ਬਾਹਰ ਸੁੱਟ ਕੇ ਅੱਗ ਲਾ ਦਿੰਦੇ ਨੇ। ਮੈਸੇਜ ਇਹ ਜਾਂਦਾ ਹੈ ਕਿ ਬਾਹਰੋਂ ਇੱਕ ਭੀੜ ਆਈ, ਉਹਨਾਂ ਨੇ ਗੁਰਦੁਆਰੇ ਦਾ ਜਿਹੜੀ ਪ੍ਰਾਪਰਟੀ ਆ ਉਹ ਚੱਕੀ ਤੇ ਉਹਨੂੰ ਅੱਗ ਲਾ ਦਿੱਤੀ। ਜੇ ਆਪਾਂ ਉਹਨੂੰ ਇੱਕ ਸੱਜੇ ਪੱਖੀ ਵਿਚਾਰਾਂ ਤੋਂ ਪਾਸੇ ਹੋ ਕੇ ਦੇਖੀਏ, ਸੱਜੇ ਪੱਖੀ ਵਿਚਾਰ ਕਹਿੰਦੇ ਨੇ ਕਿ ਦੇਖੋ ਜੀ ਇਹ ਗੁਰਦੁਆਰਾ ਦੇ ਵਿੱਚ ਨਹੀਂ ਹੋਣਾ ਚਾਹੀਦਾ। ਉਹਨੂੰ ਤਖਤ ਦਾ ਨਾਮ ਦਿੱਤਾ ਉਹਨਾਂ ਨੇ। ਸ਼ਬਦਾਵਲੀ ਹੀ ਗਲਤ ਹੈ। ਪਹਿਲਾਂ ਤਖਤ ਹੁੰਦਾ ਜਿਹਦੇ ਉੱਤੇ ਇੱਕ ਰਾਜਾ ਵਿਰਾਜਮਾਨ ਹੁੰਦਾ ਤੇ ਉਹਦੇ ਨਾਲ ਦੇ ਤਖਤ ਹੋਰ ਨਹੀਂ ਲੱਗਦੇ ਕਿਤੇ ਵੀ। ਆਪਾਂ ਤਖਤ ਹਮੇਸ਼ਾ ਅਕਾਲ ਤਖਤ ਸਾਹਿਬ ਨੂੰ ਜਿਵੇਂ ਆਪਾਂ ਤਖਤ ਕਹਿੰਦੇ ਆ ਕਿ ਉਹਦੇ ਉੱਤੇ ਕੋਈ ਬਹੁਤ ਵੱਡਾ ਬੰਦਾ ਬਹਿੰਦਾ ਜਿਹੜਾ ਸੇਧ ਦਿੰਦਾ। ਹੁਣ ਸੈਟੀਆਂ ਦੀ ਗੱਲ ਕਰੀਏ, ਉਹਦੇ ਵਿੱਚ ਆ ਕੇ ਤੁਸੀਂ ਤੋੜ ਭੰਨ ਕਰ ਰਹੇ ਹੋ, ਤੁਸੀਂ ਆਪਣੇ ਵਿਚਾਰ ਕੋਈ ਜਿਹੜੇ ਉਹ ਕਲੀਅਰ ਦੱਸ ਨਹੀਂ ਪਾ ਰਹੇ। ਇਹਦੇ ਉੱਤੇ ਵਿਚਾਰਾਂ ਬਹੁਤ ਪਹਿਲਾਂ ਦੀਆਂ ਹੋ ਚੁੱਕੀਆਂ ਨੇ, ਇਹਦੇ ਉੱਤੇ ਡਿਟੇਲ ਦੇ ਵਿੱਚ ਗੱਲਬਾਤ ਹੋ ਚੁੱਕੀ ਹੈ ਕਿ ਕਿਉਂ ਉਹਦੇ ਵਿੱਚ ਰੱਖਿਆ ਜਾ ਰਿਹਾ, ਸਮੇਂ ਦੀ ਮੰਗ ਕੀ ਹੈ। ਹੁਣ ਤੁਸੀਂ ਮੰਨ ਲਓ ਸਾਰੇ ਗੁਰਦੁਆਰਿਆਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸੈਟੀਆਂ ਤੇ ਆਹ ਕੁਰਸੀਆਂ ਕਰਸੀਆਂ ਚੱਕ ਦਿੰਦੇ ਹੋ। ਕੀ ਹੁਣ ਤੁਸੀਂ ਬਜ਼ੁਰਗ ਨੇ ਜਿਹੜੇ ਸਾਡੇ, ਜਿਨ੍ਹਾਂ ਕੋਲੇ ਸਭ ਤੋਂ ਵੱਧ ਸਮਾਂ ਹੈ ਜਾਂ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਗੁਰੂ ਦੇ ਨਾਲ ਜੁੜਨ ਦੀ, ਕੀ ਆਪਾਂ ਉਹਨਾਂ ਨੂੰ ਪਾਸੇ ਨਹੀਂ ਕਰ ਰਹੇ? ਜਿਹੜੇ ਜੀ ਭਾਈ ਰਣਜੀਤ ਸਿੰਘ ਢੱਡਰੀ ਵਾਲੇ, ਉਹਨਾਂ ਦਾ ਵੀ ਬਿਆਨ ਆਇਆ ਹੈਗਾ ਜੀ। ਉਹ ਵੀ ਹਮੇਸ਼ਾ ਦੇਖੋ ਇੱਕ ਲਹਿਰ ਨੂੰ ਚਲਾ ਰਹੇ ਨੇ, ਅੰਮ੍ਰਿਤ ਪਾਨ ਕਰਾਉਂਦੇ ਆ, ਲੋਕਾਂ ਨੂੰ ਸਿੱਖੀ ਵੱਲ ਜੋੜ ਰਹੇ ਨੇ। ਉਹਨਾਂ ਦਾ ਵੀ ਇੱਕ ਬਿਆਨ ਆਇਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਹੋ ਠੀਕ ਨਹੀਂ ਹੈਗੀਆਂ। ਹਰ ਇੱਕ ਲੋਕ, ਹਰ ਇੱਕ ਜੋ ਇਨਸਾਨ ਹੈ ਉਮਰ ਦੇ ਹਿਸਾਬ ਨਾਲ ਹੁੰਦਾ। ਹੁਣ 60 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਚਲੇ ਜਾਂਦੇ ਨੇ, ਉਹਨਾਂ ਤੋਂ ਨਹੀਂ ਬੈਠਾ ਜਾਂਦਾ ਹੈਗਾ। ਉਹਨਾਂ ਨੇ ਵੀ ਕੀਰਤਨ ਸੁਣਨਾ, ਅਰਦਾਸ ਕਰਨੀ ਹੈ ਉੱਥੇ, ਮਤਲਬ ਗੁਜ਼ਾਰਿਸ਼ ਕਰਨੀ ਹੈ। ਜੀ ਬਿਲਕੁਲ। ਮੇਰੇ ਆਪਣੇ ਦਾਦਾ ਜੀ ਜਾਂਦੇ ਰਹੇ ਆ, ਜਦੋਂ ਤੱਕ ਉਹ ਇਸ ਸੰਸਾਰ ਦੇ ਵਿੱਚ ਸੀਗੇ, ਉਹ ਐਂਡਲੇ ਸਮੇਂ ਦੇ ਵਿੱਚ ਗੁਰਦੁਆਰਾ ਸਾਹਿਬ ਜਾਂਦੇ ਰਹੇ ਆ। ਹੁਣ ਉਹਨਾਂ ਦੇ ਲੱਤਾਂ ਦੇ ਵਿੱਚ ਪ੍ਰੋਬਲਮ ਸੀਗੀ, ਉਹ ਨੀਚੇ ਨਹੀਂ ਬਹਿ ਸਕਦੇ ਸੀਗੇ। ਉਹਨਾਂ ਲਈ ਇੱਕ ਕੁਰਸੀ ਲਵਾ ਦਿੱਤੀ ਜਾਂਦੀ ਸੀ ਕਿ ਤੁਸੀਂ ਇੱਥੇ ਬੈਠੋ ਤੇ ਗੁਰਬਾਣੀ ਸੁਣੋ। ਤੁਸੀਂ ਗੁਰਬਾਣੀ ਨੀਚੇ ਬਹਿ ਕੇ ਹੀ ਕਿਉਂ ਜਿਹੜੀ ਸੁਣਾਣੀ ਹੈ? ਆਪਾਂ ਕੋਈ ਸਾਧ ਦਾ ਕੋਈ ਉਹ ਡੇਰਾ ਤਾਂ ਹੈ ਨਹੀਂ ਵੀ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਮੁੰਦਰਾਂ ਪਾਓ ਜਾਂ ਤੁਸੀਂ ਸਰੀਰ ਨੂੰ ਕਸ਼ਟ ਦਿਓ। ਨਾ ਆਪਾਂ ਜੈਨ ਵੀ ਹੈ ਨਹੀਂ ਵੀ ਤੁਸੀਂ ਸਰੀਰ ਦੇ ਉੱਪਰੋਂ ਸਰੀਰ ਦੇ ਅੰਗ ਪੱਟ ਕੇ ਤੇ ਉਹਨੂੰ ਦੁੱਖ ਦਰਦ ਦੇ ਕੇ ਹੀ ਰੱਬ ਨੂੰ ਮਿਲਣਾ। ਆਪਣੇ ਵਿੱਚ ਉਹ ਸਿਧਾਂਤ ਤਾਂ ਕੋਈ ਹੈ ਨਹੀਂ। ਸਾਡਾ ਬਾਬਾ ਤਾਂ ਇਹ ਕਹਿ ਕੇ ਗਿਆ ਕਿ ਤੁਸੀਂ ਭਾਈ ਜਿਹੜਾ ਪਾਣੀ ਸੁੱਟਦੇ ਹੋ ਸੂਰਜ ਵੱਲ ਨੂੰ, ਉਹਦਾ ਕੋਈ ਫਾਇਦਾ ਨਹੀਂ ਕਿ ਮੇਰੇ ਖੇਤਾਂ ਨੂੰ ਵੀ ਚਲਾ ਜਾਂਦਾ ਜੇ ਮੈਂ ਐਵੇਂ ਸਿੱਟਦਾ ਹੁੰਦਾ। ਜਾਂ ਜਿਹੜੀ ਤੁਸੀਂ ਆਰਤੀ ਕਰਦੇ ਹੋ ਥਾਲੀ ਦੇ ਵਿੱਚ ਫੁੱਲ ਰੱਖ ਕੇ, ਉਹ ਫੁੱਲ ਨੇ ਜਿਹੜੇ ਉਹ ਆਲਰੇਡੀ ਜਿਹੜੇ ਚੰਦਰਮਾ ਸੂਰਜ ਤਾਰੇ ਉਹ ਹੈਗੇ ਨੇ, ਤੇ ਜਿਹੜੀ ਥਾਲੀ ਆ ਉਹ ਸੰਸਾਰ ਆ ਪੂਰਾ। ਇਹੋ ਜਿਹੀ ਸੋਚ ਦੇ ਬੰਦੇ ਦੀ ਜਦੋਂ ਆਪਾਂ ਗੱਲਾਂ ਸੁਣਦੇ ਆ, ਆਪਾਂ ਦਾਵਾ ਕਰਦੇ ਆ ਕਿ ਅਸੀਂ ਉਹਦੇ ਫੋਲੋਅਰ ਆ, ਫਿਰ ਆਪਾਂ ਐਸੀਆਂ ਬੇਤੁਕੀਆਂ ਗੱਲਾਂ ਕਰਦੇ ਆ ਕਿ ਦੇਖੋ ਜੀ ਇਹ ਅਸੀਂ ਤਾਂ ਇਹਨਾਂ ਨੇ ਤਾਂ ਤਖਤ ਲਾ ਲਏ ਜੀ, ਇਹ ਤਾਂ ਰੱਬ ਤੋਂ ਉੱਤੇ ਬਹਿ ਗਏ। ਗੁਰੂ ਗ੍ਰੰਥ ਸਾਹਿਬ ਦੀ ਸੋਚ ਸਾਡੇ ਤੋਂ ਉੱਪਰ ਹੈ। ਉਹਨਾਂ ਨੂੰ ਤੁਸੀਂ ਨੀਵੇਂ ਰੱਖ ਲਓ, ਉਹਨਾਂ ਨੂੰ ਤੁਸੀਂ ਉੱਪਰ ਰੱਖ ਲਓ। ਜਦੋਂ ਆਪਾਂ ਉਹਨਾਂ ਨੂੰ ਘਰੇ ਲੈ ਕੇ ਆਉਂਦੇ ਹਾਂ, ਆਪਾਂ ਗੱਡੀ ਦੇ ਵਿੱਚ ਬਹਿ ਕੇ ਨਾਲ ਆਉਂਦੇ ਹਾਂ ਨਾ ਉਹਨਾਂ ਨੂੰ ਲੈ ਕੇ, ਜਦੋਂ ਦੂਰੋਂ ਕਿਤੇ ਗੁਰਦੁਆਰਾ ਹੁੰਦਾ, ਗੱਡੀ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਸਾਡੇ ਹੱਥਾਂ ਦੇ ਵਿੱਚ ਹੁੰਦੇ ਨੇ, ਆਪਾਂ ਚਾਰੋਂ ਬਰਾਬਰ ਉਹਦੇ ਬੈਠੇ ਹੁੰਦੇ ਆ। ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਜਿਨ੍ਹਾਂ ਦੇ 5, 6, 7 ਕਿਲੋਮੀਟਰ ਦੂਰ ਗੁਰਦੁਆਰੇ ਨੇ ਘਰਾਂ ਤੋਂ, ਜਾਂ ਜ਼ਿਆਦਾ ਦੂਰ ਗੁਰਦੁਆਰੇ ਨੇ ਘਰਾਂ ਤੋਂ, ਉਹ ਜਾਂ ਤਾਂ ਪਹਿਲਾਂ ਇੱਕ ਦਿਨ ਪਹਿਲਾਂ ਜਾ ਕੇ ਉੱਥੋਂ ਸਾਰੀ ਰਾਤ ਤੁਰ ਕੇ ਉੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਇਆ ਕਰਨ। ਇਹਦੇ ਤੇ ਵੀ ਗੱਲਬਾਤ ਬਣਦੀ ਹੈ। ਦੇਖੋ ਵਿਚਾਰਾਂ ਇਹਦੇ ਉੱਪਰ ਹੋਣੀਆਂ ਚਾਹੀਦੀਆਂ ਨੇ। ਐਸੀ ਗੁੰਡਾਗਰਦੀ ਨੂੰ ਨੱਥ ਪੈਣੀ ਚਾਹੀਦੀ ਹੈ। ਉਹ ਕੋਈ ਵੀ ਕਰੇ। ਹੁਣ ਤੁਸੀਂ ਤੁਹਾਨੂੰ ਸਾਲ ਨਹੀਂ ਹੋਇਆ ਪੰਜਾਬ ਦੇ ਵਿੱਚ ਵਾਪਸ ਪਰਤੇ ਨੂੰ, ਤੁਹਾਨੂੰ ਸਾਲ ਨਹੀਂ ਹੋਇਆ ਅੰਮ੍ਰਿਤ ਛਕੇ ਨੂੰ, ਤੁਸੀਂ ਆਪਣੇ ਮੂੰਹੋਂ ਕਹਿ ਚੁੱਕੇ ਹੋ ਕਿ ਮੈਂ ਜੀ ਗੁਰੂ ਗ੍ਰੰਥ ਸਾਹਿਬ ਅੱਜ ਤੱਕ ਪੜ੍ਹਿਆ ਨਹੀਂ, ਨਾ ਮੈਨੂੰ ਇਹਦੇ ਬਾਰੇ। ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਕਹਿੰਦੇ ਮੈਂ ਵੀਡੀਓਜ਼ ਦੇਖ ਕੇ ਸਾਰੀ ਗੱਲਬਾਤ ਕਰਦੇ ਹਾਂ ਜੀ। ਹੁਣ ਐਸੇ ਲੋਕਾਂ ਨੂੰ ਜੇ ਆਪਾਂ ਸੇਧ ਦੇ ਦਾਂਗੇ ਕਿ ਸਾਡੀ ਜਿਹੜੀ ਸਾਡੀ ਜਵਾਨੀ ਹੈ ਜਾਂ ਜਿਹੜੀ ਸਾਡੀ ਕੌਮ ਹੈ ਉਹਦੀ ਤੁਸੀਂ ਅਗਵਾਈ ਕਰੋ, ਬੜੀ ਚਿੰਤਾਜਨਕ ਗੱਲ ਹੈ। ਦੇਖੋ ਤੁਸੀਂ ਆਵੋ ਚੰਗੇ ਪਾਸੇ ਲਾ ਰਹੇ ਨੇ ਅਮਰ
ਸਪੰਨ ਕਰਾ ਰਹੇ ਨੇ ਲੱਖਾਂ ਜੀ। ਮਤਲਬ ਸੌਆਂ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਤਲਬ ਕਹਿ ਸਕਦੇ ਹਾਂ ਕਿ ਨੌਜਵਾਨ ਨੇ ਜਿਹੜੇ ਨਸ਼ੇ ਨਾਲ ਜੁੜੇ ਹੋਏ ਜਾਂ ਕੁਝ ਹੋਰ ਜਿਨ੍ਹਾਂ ਨੂੰ ਕੋਈ ਹੋਰ ਪਰੇਸ਼ਾਨੀ ਆ ਸੋ ਗੁਰੂ ਨਾਲ ਲੜ ਲੱਗ ਰਹੇ ਨੇ। ਆਪਾਂ ਇਸ ਸਰਕ ਤੋਂ ਵੀ ਆਪਾਂ ਨਹੀਂ ਭੱਜਦੇ ਕਿ ਉਹ ਜੀ। ਇੱਕ ਚੰਗਾ ਕੰਮ ਕਰ ਰਹੇ ਨੇ। ਦੇਖੋ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਸਰਾਹਨਾ ਵੀ ਜ਼ਰੂਰ ਕਰਨੀ ਚਾਹੀਦੀ ਜੀ, ਹੈ, ਜੀ, ਪਰ ਇਹ ਜੀ। ਜਿਹੜੀ ਚੀਜ਼ ਆ ਉਹ ਕਿਸੇ ਹੋਰ ਤਰੀਕੇ ਨਾਲ ਵੀ ਸਮਝਾ ਸਕਦੇ ਸੀਗੇ, ਮਤਲਬ ਕਹਿ ਜੀ, ਸਕਦੇ ਸੀ ਕਿ ਗੁਰੂ ਦੇ ਲੜ ਉਹਨਾਂ ਨੂੰ ਲਾਉਣਾ, ਕਾਰਵਾਈ ਕਰਨਾ ਮਤਲਬ ਗੁਰੂ ਦੇ ਲੜ ਲਾਣਾ ਤੇ ਗਲਤ ਗੁਰੂ ਦੇ ਲੜ ਲਾਣਾ, ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਧਾਰਨਾ ਕੀ ਹੈ? ਧਾਰਨਾ ਹੈ ਕਿ ਤਰਕ ਹੈ। ਗੁਰੂ ਨਾਨਕ ਤਰਕ ਦਾ ਨਾਮ ਹੈ, ਗੁਰੂ ਨਾਨਕ ਤੋੜ ਭੰਨ ਦਾ ਨਾਮ ਨਹੀਂ ਹੈ। ਉਹਨਾਂ ਨੇ ਗੰਗਾ ਦੇ ਕਿਨਾਰੇ ਜਾ ਕੇ ਲੜਾਈ ਸ਼ੁਰੂ ਨਹੀਂ ਕਰ ਦਿੱਤੀ, ਜਾਂ ਆਪਣੇ 10-12 ਬੰਦੇ ਇਕੱਠੇ ਲਿਆ ਕੇ ਉੱਥੇ ਲਿਜਾ ਕੇ ਪੰਡਤ ਕੁੱਟਣੇ ਸ਼ੁਰੂ ਨਹੀਂ ਕਰ ਦਿੱਤੇ। ਤਰਕ ਕੀਤੀ ਹੈ, ਗੱਲ ਕੀਤੀ ਹੈ। ਜਾਂ ਅੱਗੋਂ ਵੀ ਜਿਹੜੇ ਰਿਸਪੈਕਟ ਪੰਡਤਾਂ ਦੀ ਵੀ ਉਸ ਟਾਈਮ ਪੂਰੀ ਬਣਦੀ ਹੈ, ਕਿਉਂਕਿ ਉਹਨਾਂ ਦੇ ਗੜ੍ਹ ਦੇ ਵਿੱਚ ਖੜ ਕੇ ਜੇ ਤੁਸੀਂ ਇਹ ਗੱਲ ਕਰ ਪਾ ਰਹੇ ਹੋ ਤੇ ਤੁਹਾਡੇ ਤੇ ਹਮਲਾ ਨਹੀਂ ਹੋ ਪਾ ਰਿਹਾ। ਤੁਸੀਂ ਜੇ ਆਪਾਂ ਇਹੀ ਵਿਚਾਰ ਅੰਮ੍ਰਿਤਪਾਲ ਦੇ ਸਾਹਮਣੇ ਬਹਿ ਕੇ ਕਰ ਰਹੇ ਹੁੰਦੇ ਕਿ ਇੰਨੇ ਕਾਮਲੀ ਸੁਣਦਾ ਕੋਈ? ਸੋਚਣ ਦੀ ਗੱਲ ਹੈ ਕਿ ਤੁਸੀਂ ਲੋਕਾਂ ਨੂੰ ਲੜ ਲਾਓ, ਗੁਰੂ ਦੇ ਲੜ ਲਾਓ, ਬਹੁਤ ਵਧੀਆ ਗੱਲ ਹੈ, ਅੰਮ੍ਰਿਤਪਾਨ ਕਰਵਾਓ, ਪਰ ਅੰਮ੍ਰਿਤਪਾਨ ਕਰਵਾਉਣ ਤੋਂ ਪਹਿਲਾਂ ਤੁਸੀਂ ਆਪ ਵੀ ਗੁਰੂ ਨੂੰ ਸਮਝੋ ਕਿ ਉਹ ਕਹਿੰਦਾ ਕੀ ਹੈ, ਤੁਹਾਨੂੰ ਸਮਝਾਉਣਾ ਕੀ ਚਾਹੁੰਦਾ ਹੈ, ਤੁਸੀਂ ਕੀ ਸਮਝ ਰਹੇ ਹੋ। ਇਸ ਤਰ੍ਹਾਂ ਦੀਆਂ ਉਲਾਰੂ ਗੱਲਾਂ ਦਾ ਕੋਈ ਮਤਲਬ ਨਹੀਂ ਬਣਦਾ। ਇੱਕ ਹੋਰ ਪੱਕਦਾ ਮੁੱਦਾ ਹੈਗਾ ਜਿਹੜਾ ਮਤਲਬ ਪੰਜਾਬ ਤੇ ਹਰਿਆਣੇ ਦੀ ਰਾਜਨੀਤੀ ਦੇ ਤੌਰ ਤੇ ਗੱਲ ਕਰੀਏ, ਜਿਵੇਂ ਵਿਧਾਨ ਸਭਾ ਨੂੰ ਲੈ ਕੇ ਹਰਿਆਣੇ ਦਾ ਤੇ ਪੰਜਾਬ ਦਾ ਵਿਵਾਦ ਚੱਲ ਰਿਹਾ, ਚੰਡੀਗੜ੍ਹ ਹੈ। ਇੱਕ ਹੋਰ ਇਸ ਨੂੰ ਇੱਕ ਮਤਲਬ ਅਲੱਗ ਤਰ੍ਹਾਂ ਨਾਲ ਦਿਖਾਇਆ ਗਿਆ ਕਿ ਐਸਐਸਪੀ ਜੋ ਚੰਡੀਗੜ੍ਹ ਸੀਗੇ ਚਾਹਲ ਮਿਸਟਰ ਉਹਨਾਂ ਨੂੰ ਬਦਲਿਆ ਗਿਆ ਹੈ। ਇਹ ਵੀ ਇੱਕ ਰਾਜਨੀਤਿਕ ਮੁੱਦਾ ਬਣਦਾ ਜਾ ਰਿਹਾ। ਤੁਸੀਂ ਕਿਵੇਂ ਦੇਖਦੇ ਹੋ, ਮਤਲਬ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉੱਥੇ? ਜੀ, ਕੁਲਦੀਪ ਸਿੰਘ ਚਾਹਲ ਉਹਨਾਂ ਨੂੰ ਹਟਾਇਆ ਗਿਆ ਜੀ। ਉਹਨਾਂ ਦੇ 10 ਮਹੀਨੇ ਹਜੇ ਪਏ ਸੀਗੇ, ਉਹਨਾਂ ਦੀ ਜਿਹੜੀ ਪੂਰੀ ਟੈਨਿਓਰ ਸੀਗੀ ਉਹਦੇ ਵਿੱਚ, ਤੇ ਉਹਨਾਂ ਨੂੰ 10 ਮਹੀਨੇ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ। ਅੰਦਰਲੀ ਖਬਰ ਨਿਕਲ ਕੇ ਇਹ ਆ ਰਹੀ ਹੈ ਕਿ ਇਹਨਾਂ ਦਾ ਜਦੋਂ ਹੁਣ ਪਿੱਛੇ ਇਲੈਕਸ਼ਨ ਹੋ ਰਹੇ ਸੀਗੇ ਉਦੋਂ VVIPs ਬਹੁਤ ਜ਼ਿਆਦਾ ਚੰਡੀਗੜ੍ਹ ਆ ਰਹੇ ਸੀਗੇ, ਤੇ ਇਹਨਾਂ ਦੀ ਕਿਸੇ ਮਸਲੇ ਕਰਕੇ ਆਪਣੇ ਸੀਨੀਅਰਸ ਨਾਲ ਬਹਿਸ ਹੋਈ। ਉਸ ਤੋਂ ਬਾਅਦ ਇਹਨਾਂ ਨੂੰ ਹਟਾ ਦਿੱਤਾ ਗਿਆ। ਹੁਣ ਦੂਜਾ ਮਸਲਾ ਇਹ ਵੀ ਹੈ ਕਿ ਇਹਨਾਂ ਨੇ ਹਜੇ ਤੱਕ ਰਿਜ਼ਾਈਨ ਨਹੀਂ ਦਿੱਤਾ, ਇਹਨਾਂ ਨੇ ਉੱਥੋਂ ਆਪਣੀ ਪੋਸਟ ਨਹੀਂ ਛੱਡੀ। ਇਹਨਾਂ ਨੇ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਵਾਪਸੀ ਆਪਣੀ ਜਿਹੜੀ IG ਨੂੰ ਜਾ ਕੇ ਉੱਥੇ ਇਹਨਾਂ ਨੇ ਉੱਥੇ ਆਪਣੀ ਗੱਲਬਾਤ ਕਰਨੀ ਸੀਗੀ ਪੰਜਾਬ ਮੁੜ ਕੇ, ਇਹ ਨਹੀਂ ਆਏ, ਉੱਥੋਂ ਉਹਨਾਂ ਨੇ ਪੋਸਟ ਨਹੀਂ ਛੱਡੀ। ਹਾਲਾਂਕਿ ਜਿਹੜੇ ਹਰਿਆਣਾ ਕੈਡਰ ਦੇ ਜਿਹੜੇ IPS ਅਧਿਕਾਰੀ ਨੇ ਉਹਨਾਂ ਨੇ ਆ ਕੇ ਉੱਥੇ ਚਾਰਜ ਸੰਭਾਲ ਲਿਆ। ਮਨੀਸ਼ਾ ਚੌਧਰੀ ਉਹਨਾਂ ਦਾ ਨਾਮ ਹੈ। ਹੁਣ ਚੰਡੀਗੜ੍ਹ ਦੇ ਵਿੱਚ 2 SSP ਨੇ। ਪੁਰਾਣੇ SSP ਉਹਨਾਂ ਦੇ ਚਾਹਲ ਸਾਹਿਬ ਉਹਨਾਂ ਦੇ ਜਿਹੜੇ ਉਹਨਾਂ ਦੇ ਆਫਿਸ ਦੇ ਬਾਹਰ ਹਜੇ ਵੀ ਉਹਨਾਂ ਦੀ ਪੱਟੀ ਲੱਗੀ ਹੋਈ ਹੈ, ਬਾਹਰ ਇੱਕ ਜਿਹੜਾ ਜਿੰਦਰਾ ਉਹ ਵੀ ਟੰਗਿਆ ਹੋਇਆ। ਇਹਨੂੰ ਹੁਣ ਮਸਲਾ ਭਖਿਆ ਉਦੋਂ ਜਦੋਂ ਭਗਵੰਤ ਮਾਨ ਉਹਨਾਂ ਨੇ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ, ਇੱਕ ਚਿੱਠੀ ਲਿਖ ਕੇ ਮਨੋਹਰ ਲਾਲ ਪਰਮੋਹਿਤ ਉਹਨਾਂ ਨੂੰ ਗੱਲ ਕੀਤੀ ਕਿ ਦੇਖੋ ਜੀ ਇਹ ਬੜੀ ਗਲਤ ਗੱਲ ਹੈ, ਤੁਸੀਂ ਪੰਜਾਬ ਦੇ ਕੈਡਰ ਦੇ ਬੰਦੇ ਨੂੰ ਹਟਾ ਕੇ ਤੇ ਤੁਸੀਂ ਹਰਿਆਣਾ ਦਾ ਕਿਉਂ ਉੱਥੇ ਬੰਦਾ ਐਡਜਸਟ ਕੀਤਾ ਹੈ, ਕਿਉਂਕਿ ਇੱਥੇ ਹਮੇਸ਼ਾ ਤੋਂ ਹੀ ਪੰਜਾਬ ਦਾ ਬੰਦਾ ਲੜਦਾ ਆਇਆ, ਕਿਉਂਕਿ ਪੰਜਾਬ ਦੀ ਹਿੱਸੇਦਾਰੀ ਇਹਦੇ ਵਿੱਚ 60-40 ਦੀ ਹੈ। ਹੁਣ ਇਹਦੇ ਵਿੱਚ ਮਾਮਲਾ ਅੱਗੇ ਦੇਖਦੇ ਹਾਂ ਕਿ ਨਿਕਲਦਾ ਕੀ ਹੈ, ਪਰ ਜਿਹੜਾ ਬਾਹਰੋਂ ਦੇਖਣ ਨੂੰ ਮਿਲਦਾ ਉਹ ਇਹ ਹੈ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਸਾਂਝ ਸਾਨੂੰ, ਭਾਈਚਾਰਕ ਸਾਂਝ ਸਾਨੂੰ ਦਿੱਲੀ ਦੇ ਮੋਰਚੇ ਵਿੱਚ ਦੇਖਣ ਨੂੰ ਮਿਲੀ ਸੀਗੀ, ਉਹਦੇ ਉੱਤੇ ਲਗਾਤਾਰ ਸੱਟਾਂ ਮਾਰੀਆਂ ਜਾ ਰਹੀਆਂ ਨੇ ਕਿ ਇਹਨਾਂ ਨੂੰ ਤੋੜਿਆ ਜਾਵੇ। ਤੁਹਾਨੂੰ ਯਾਦ ਹੋਵੇ ਜੇ ਦਿੱਲੀ ਮੋਰਚੇ ਦੌਰਾਨ ਵੀ ਹਰਿਆਣਾ ਭਾਜਪਾ ਉਹਨਾਂ ਦਾ ਇਹ ਬਿਆਨ ਆਇਆ ਸੀਗਾ ਕਿ ਦੇਖੋ ਇਹ ਉਹ ਬੰਦੇ ਨੇ ਜਿਹੜੇ ਸਾਡੇ ਲਈ SYL ਦੇ ਲਈ ਲੜਦੇ ਨੇ, ਸਾਨੂੰ ਪਾਣੀ ਨਹੀਂ ਦਿੰਦੇ। ਇਹ ਮਸਲਾ ਪਖਾਣ ਦੀ ਉਸ ਸਮੇਂ ਪੂਰੀ ਕੋਸ਼ਿਸ਼ ਕੀਤੀ ਗਈ ਸੀ, ਪਰ ਲੋਕਾਂ ਨੇ ਕਿਹਾ ਸੀ ਕਿ ਦੇਖੋ ਪਾਣੀ ਅਸੀਂ ਬਾਅਦ ਚ ਦੇਖਾਂਗੇ, ਜਦੋਂ ਸਾਡੀਆਂ ਜ਼ਮੀਨਾਂ ਹੀ ਨਹੀਂ ਰਹੀਆਂ ਅਸੀਂ ਪਾਣੀ ਨੂੰ ਕੀ ਕਰਾਂਗੇ। ਉਹ ਮਸਲਾ ਉਸ ਸਮੇਂ ਨਿਕਲ ਗਿਆ ਸੀਗਾ। ਇਸ ਤੋਂ ਬਾਅਦ ਹੁਣ ਜਦੋਂ ਇਲੈਕਸ਼ਨ ਹੋਏ SYL ਦਾ ਗੀਤ ਵੀ ਆਇਆ, ਉਸ ਤੋਂ ਬਾਅਦ ਫਿਰ ਤੁਸੀਂ ਦੇਖਦੇ ਹੋ ਕਿ ਕਿਵੇਂ BBMB ਦੇ ਬੋਰਡ ਦੇ ਵਿੱਚੋਂ ਜਿਹੜਾ ਪੰਜਾਬ ਨੂੰ ਕੱਢਿਆ ਗਿਆ, ਹਰਿਆਣੇ ਨੂੰ ਵੀ ਕੱਢਿਆ ਗਿਆ, ਪਰ ਦਰਸਾਇਆ ਇਹ ਗਿਆ ਪੰਜਾਬ ਦੇ ਵਿੱਚ ਕਿ ਪੰਜਾਬ ਦੀ ਉਹਦੇ ਵਿੱਚ ਪ੍ਰਤੀਨਿਧਤਾ ਖਤਮ ਕਰ ਦਿੱਤੀ ਗਈ ਹੈ। ਫਿਰ ਅੱਗੇ ਗੱਲ ਵੱਖੋ-ਵੱਖ ਗੱਲਾਂ ਨਾਲੋਂ ਪੰਜਾਬ ਯੂਨੀਵਰਸਿਟੀ ਦੀ ਗੱਲ ਆ ਜਾਂਦੀ ਹੈ। ਫਿਰ ਉਧਰੋਂ ਬਿਆਨ ਦਵਾ ਦਿੰਦੇ ਨੇ ਕਿ ਦੇਖੋ ਜੀ ਅਸੀਂ ਤਾਂ ਨਵੀਂ ਵਿਧਾਨ ਸਭਾ ਜਿਹੜੀ ਉਹ ਬਣਾਵਾਂਗੇ, ਇੱਥੋਂ ਸਾਡੇ ਵਾਲੇ ਕਹਿ ਦਿੰਦੇ ਨੇ ਅਸੀਂ ਆਪਣੀ ਬਣਾ ਲਾਂਗੇ। ਕੋਈ ਇਹ ਜ਼ਿਆਦਾ ਕੋਈ ਸਮਝਦਾਰੀ ਦੇ ਇਹਦੇ 'ਚ ਗੱਲਾਂ ਹੋ ਨਹੀਂ ਰਹੀਆਂ। ਭਾਈਚਾਰਕ ਸਾਂਝ ਨੂੰ ਮੁੱਖ ਰੱਖਦੇ ਹੋਏ ਇਹ ਗੱਲ ਕਰਨੀ ਚਾਹੀਦੀ ਹੈ, ਨਾ ਕਿ ਜਿਹੜੀ ਸਰਕਾਰ ਹੈ ਉਹਨੂੰ ਵਿਪਕਸ਼ ਦੇ ਜਾਂ ਜਿਹੜਾ ਆਪੋਜੀਸ਼ਨ ਦੇ ਹੱਥਾਂ ਦੇ ਵਿੱਚ ਖੇਡਣਾ ਚਾਹੀਦਾ ਹੈ। ਪੰਜਾਬ ਦੇ ਵਿੱਚ ਐਵੇਂ ਲੱਗ ਰਿਹਾ ਇਸ ਜੇ ਆਪਾਂ ਦੂਰੋਂ ਖੜ ਕੇ ਦੇਖੀਏ ਤਾਂ ਐਵੇਂ ਲੱਗ ਰਿਹਾ ਕਿ ਆਪੋਜੀਸ਼ਨ ਮੁੱਦਾ ਚੱਕਦੀ ਹੈ, ਪੰਜਾਬ ਸਰਕਾਰ ਡਿਫੈਂਡ ਕਰਦੀ ਹੈ, ਉਹ ਡਿਫੈਂਡ ਕਰਦੇ ਕਰਦੇ ਉਹ ਕਰ ਦਿੰਦੀ ਹੈ ਜਿਹੜਾ ਕਿ ਉਹਨੂੰ ਆਪੋਜੀਸ਼ਨ ਕਰਵਾਉਣਾ ਚਾਹੁੰਦੀ ਹੈ। ਜੀ ਧੰਨਵਾਦ ਮਿੰਦਰਾ, ਸਾਰੀ ਗੱਲਬਾਤ ਜੀ ਬਹੁਤ ਸੋ ਇਹ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਦਰਾ ਜੀ, ਤੇ ਨਵੇਂ ਤੇ ਪੱਖ ਦੇ ਮੁੱਦੇ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਮੈਨੂੰ ਦਿਓ ਇਜਾਜ਼ਤ, ਧੰਨਵਾਦ।